ਕਿਸਾਨੀ ਪੇਸ਼ੇ ਵਿੱਚੋਂ ਅਮਰੀਕਾ ਗਏ ਪੰਜਾਬੀ ਮੂਲ ਦੇ ਕਿਸਾਨਾਂ ਨੇ ਆਪਣੀ ਖੇਤੀਬਾੜੀ ਦੀ ਵਿਰਾਸਤ ਨੂੰ ਅੱਜ ਵੀ ਸੰਭਾਲਿਆ ਹੋਇਆ ਹੈ। ਕਈ ਏਕੜ ਦੇ ਫਾਰਮ ਹਨ ਅਤੇ ਸਫਲ ਕਿਸਾਨ ਹਨ। ਸਿਮਰਨਜੀਤ ਸਿੰਘ ਦੂਜੀ ਪੀੜ੍ਹੀ ਦਾ ਅਮਰੀਕੀ ਕਿਸਾਨ ਹੈ, ਪਰ ਉਸ ਦੀਆਂ ਖੇਤੀਬਾੜੀ ਦੀਆਂ ਜੜ੍ਹਾਂ 900 ਸਾਲ ਪੁਰਾਣੀਆਂ ਹਨ। 1991 ਵਿੱਚ ਉਹਨਾਂ ਦੇ ਪਿਤਾ ਭਾਰਤ ਤੋਂ ਕੈਲੀਫੋਰਨੀਆ ਚਲੇ ਜਾਣ ਤੋਂ ਪਹਿਲਾਂ 1947 ਵਿੱਚ ਬ੍ਰਿਟੇਨ ਤੋਂ ਆਜ਼ਾਦੀ ਮਿਲਣ ਤੋਂ ਪਹਿਲਾਂ ਭਾਰਤ ਵਿੱਚ ਜ਼ਮੀਨਾਂ ਆਬਾਦ ਕਰਦੇ ਰਹੇ 28 ਸਾਲਾ ਸਿਮਰਨਜੀਤ ਸਿੰਘ ਉਸੇ ਵਿਰਾਸਤ ਨੂੰ ਅੱਗੇ ਤੋਰ ਰਹੇ ਹਨ। ਕੈਲੀਫੋਰਨੀਆ ਦੀ ਸੈਨ ਜੋਆਕਿਨ ਵੈਲੀ ਵਿੱਚ 100 ਏਕੜ ਵਿੱਚ ਉਹਨਾਂ ਦਾ ਫਾਰਮ ਫੈਲਿਆ ਹੋਇਆ ਹੈ ਅਤੇ ਪਰਿਵਾਰ ਸੌਂਗੀ ਅਤੇ ਬਦਾਮ ਦੇ ਬਗੀਚਿਆਂ ਨੂੰ ਸੰਭਾਲਦੇ ਹਨ। ਆਪਣੀ ਵਿਰਾਸਤ ਨੂੰ ਸਾਂਭਣ ਲਈ ਦ੍ਰਿੜ ਹਨ। ਉਹ ਕਹਿੰਦੇ ਹਨ, ਮੇਰੇ ਪਿਤਾ ਵੱਲੋਂ ਜੋ ਕੁਝ ਮੈਨੂੰ ਦਿੱਤਾ ਗਿਆ ਉਹ ਇੰਨਾ ਬੇਸ਼ਕੀਮਤੀ ਹੈ, ਮੈਂ ਇਸ ਨੂੰ ਛੱਡਾਂਗਾ ਤਾਂ ਮੂਰਖ ਹੋਵਾਂਗਾ। ਖੇਤੀ ਹਮੇਸ਼ਾ ਇਸ ਗੱਲ ਦੇ ਆਧਾਰ ਤੇ ਰਹੇਗੀ ਕਿ ਮੈਂ ਕੌਣ ਹਾਂ, ਮੇਰਾ ਮੂਲ, ਮੇਰੀ ਪਹਿਚਾਣ ਕੀ ਹੈ। ਪਿਛਲੀ ਸਦੀ ਦੌਰਾਨ ਵਿਸ਼ਵ ਭਰ ਤੋਂ ਵੱਖ-ਵੱਖ ਨਸਲਾਂ ਦੇ ਲੋਕਾਂ ਨੇ ਵਿਦੇਸ਼ਾਂ 'ਚ ਇਹਨਾਂ ਖੇਤਰਾਂ 'ਚ ਬਹੁਤ ਮਿਹਨਤ ਕੀਤੀ ਹੈ, ਕਿਉਂਕਿ ਅਰਮੇਨੀਆ, ਮੈਕਸੀਕੋ, ਦੱਖਣ ਪੂਰਬੀ ਏਸ਼ੀਆ, ਚੀਨ ਅਤੇ ਹੋਰ ਬਹੁਤ ਸਾਰੀਆਂ ਥਾਵਾਂ ਦੇ ਲੋਕਾਂ ਨੇ ਕੇਂਦਰੀ ਕੈਲੀਫੋਰਨੀਆ ਦੀ ਉਪਜਾਊ ਮਿੱਟੀ ਵਿੱਚ ਜੜ੍ਹਾਂ ਅਤੇ ਪਰਿਵਾਰ ਬਣਾਏ ਹੋਏ ਹਨ। ਇਹ ਉਹ ਸਥਾਨ ਹੈ ਜਿਸ ਦੀ ਆਰਥਿਕਤਾ ਅਤੇ ਜੀਵਨ ਨਿਰਮਾਣ ਧਰਤੀ ਅਤੇ ਉਹਨਾਂ ਲੋਕਾਂ ਦੁਆਰਾ ਪ੍ਰਭਾਸ਼ਿਤ ਕੀਤੇ ਗਏ ਹਨ ਜੋ ਇਹ ਕੰਮ ਕਰਦੇ ਰਹੇ ਹਨ। ਆਪਣੀ ਕਿਸਮਤ ਅਜਮਾਉਣ ਲਈ ਸਭ ਤੋਂ ਨਵੇਂ ਆਏ ਪ੍ਰਵਾਸੀ ਪੰਜਾਬੀ ਸਿੱਖ ਹਨ। ਸਰਨ ਫਾਰਮ, ਜਿੱਥੇ ਸਿਮਰਨਜੀਤ ਸਿੰਘ ਆਪਣੇ ਪਿਤਾ ਸਰਬਜੀਤ ਸਰਾਂ ਨਾਲ ਕੰਮ ਕਰਦੇ ਹਨ ਅਤੇ ਪੂਰਾ ਸਮਾਂ ਕਾਰੋਬਾਰ ਕਰਦੇ ਹਨ ਅਤੇ ਸਿਰਫ 2 ਆਦਮੀ ਹੀ ਇਹ ਸਭ ਸੰਭਾਲ ਰਹੇ ਹਨ। ਸਿਮਰਜੀਤ ਸਿੰਘ ਦੀ ਮਾਤਾ ਜਸਵਿੰਦਰ ਸਰਨ 55 ਸਾਲ ਦੇ ਹਨ। ਖੁਦ ਖੇਤਾਂ ਵਿੱਚ ਕਦੇ-ਕਦੇ ਹੱਥ ਵਟਾਉਂਦੇ ਹਨ। ਸਿਰਫ ਗਰਮੀ ਦੇ ਅੰਤ ਵਿੱਚ ਵਾਢੀ ਦੌਰਾਨ ਹੀ ਪਰਿਵਾਰ ਪੱਕੀਆਂ ਫਸਲਾਂ ਦੀ ਵਾਢੀ ਲਈ ਠੇਕੇ ਤੇ ਮਜ਼ਦੂਰ ਰੱਖਦਾ ਹੈ, ਬਾਕੀ ਸਭ ਕੁਝ ਖੁਦ ਵੇਖਦਾ ਹੈ। ਇਲਾਕੇ ਦੇ ਇੱਕ ਉੱਗੇ ਸਿੱਖ ਕਿਸਾਨ ਸਾਈਮਨ ਸਹੋਤਾ ਨੇ ਕਿਹਾ ਕਿ ਆਸ-ਪਾਸ ਤੁਹਾਡੇ ਕੋਲ ਉਹਨੇ ਪੰਜਾਬੀ ਵਰਕਰ ਨਹੀਂ ਹਨ ਜਿੱਡੇ ਸਾਡੇ ਕੋਲ ਹਨ, ਕਿਉਂਕਿ ਬੱਚੇ ਹੁਣ ਪੇਸ਼ੇਵਰ ਕੰਮ ਕਰਨ ਲੱਗੇ ਹਨ, ਪਰ ਇਸ ਦੇ ਬਾਵਜੂਦ ਖੇਤੀ ਵਿੱਚ ਹੱਥ ਵਟਾਉਂਦੇ ਹਨ, ਖੇਤੀ ਨਾਲ ਜੁੜੇ ਹੋਏ ਹਨ। ਸਰਨ ਫਾਰਮ ਬਾਗ ਸਹੋਤਾ ਦਾ ਕਾਰੋਬਾਰ ਜ਼ਿਆਦਾਤਰ ਪਰਿਵਾਰਕ ਸੰਬੰਧ ਬਣ ਜਾਂਦਾ ਹੈ। ਉਸ ਦਾ ਪੁੱਤਰ ਅਰਬਿਨ 22 ਸਾਲ ਦਾ ਹੈ। ਹੁਣੇ ਹੀ ਕੈਲੀਫੋਰਨੀਆ ਪੋਲੀਟੈਕਨਿਕਲ ਸਟੇਟ ਯੂਨੀਵਰਸਿਟੀ ਤੋਂ ਫਾਰਮ ਮੈਨੇਜਮੈਂਟ ਦੀ ਡਿਗਰੀ ਲੈ ਕੇ ਗ੍ਰੈਜੂਏਟ ਹੋਇਆ ਹੈ। ਉਸ ਦਾ ਵੱਡਾ ਪੁੱਤਰ ਕੈਵਿਨ 24 ਸਾਲ ਦਾ ਹੈ। ਕੋਰਨਲ ਤੋਂ ਇਨਜੋਲੀ ਵਾਈਨ ਬਣਾਉਣ ਦੇ ਵਿਗਿਆਨ ਤੋਂ ਡਿਗਰੀ ਪ੍ਰਾਪਤ ਕਰ ਰਿਹਾ ਹੈ। ਉਸ ਦੀ 20 ਸਾਲਾਂ ਦੀ ਬੇਟੀ ਜਸਲੀਨ ਪੱਕੇ ਤੌਰ ਤੇ ਪਰਿਵਾਰਕ ਕਾਰੋਬਾਰ ਲਈ ਪ੍ਰਬੰਧਕੀ ਫਰਜ਼ਾਂ ਵਿੱਚ ਸਹਾਇਤਾ ਕਰਦੀ ਹੈ। ਪਰਿਵਾਰ ਉਸੇ ਤਰ੍ਹਾਂ ਇਕੱਠੇ ਕੰਮ ਕਰਦਾ ਹੈ ਜਿਸ ਤਰ੍ਹਾਂ ਸਹੋਤਾ ਨੇ ਜਵਾਨ ਹੁੰਦਿਆਂ ਖੇਤਾਂ ਵਿੱਚ ਆਪਣੇ ਪਿਤਾ ਅਤੇ ਦਾਦਾ ਜੀ ਦੀ ਮਦਦ ਕੀਤੀ ਸੀ। ਉਸ ਦੇ ਪਿਤਾ 1961 ਵਿੱਚ ਭਾਰਤ ਤੋਂ ਕੈਲੀਫੋਰਨੀਆ ਆਏ ਸਨ ਅਤੇ ਆਖਰਕਾਰ 40 ਏਕੜ ਖਰੀਦਣ ਲਈ ਕਾਫੀ ਪੈਸੇ ਦੀ ਬਚਤ ਕੀਤੀ। ਫਾਰਮ ਤੋਂ ਬਾਅਦ ਬਦਾਮ, ਪਿਸਤਾ, ਵਾਈਨ, ਅੰਗੂਰ ਅਤੇ ਆੜੂ ਦੇ 3000 ਏਕੜ ਜ਼ਮੀਨ ਇਕੱਠੀ ਹੋ ਗਈ। ਕੇਵਨ ਦਾ ਕਹਿਣਾ ਹੈ ਕਿ ਮੈਂ ਆਪਣੇ ਆਪ ਨੂੰ ਕੁਝ ਹੋਰ ਕਰਦੇ ਹੋਏ ਨਹੀਂ ਵੇਖ ਸਕਦਾ। ਜਦੋਂ ਮੈਂ ਪੂਰਬੀ ਤੱਟਾਂ ਤੇ ਗਿਆ ਸੀ, ਮੈਂ ਹਮੇਸ਼ਾ ਖੇਤੀ ਜੀਵਨ ਸ਼ੈਲੀ ਨੂੰ ਯਾਦ ਕਰਾਂਗਾ। ਹਾਲਾਂਕਿ ਕੈਵਿਨ ਸਹੋਤਾ ਅਤੇ ਸਿਮਰਨਜੀਤ ਸਿੰਘ ਵਰਗੇ ਨੌਜਵਾਨ ਸਿੱਖ ਕਿਸਾਨ ਵਿਸ਼ਵ ਦੇ ਇਸ ਹਿੱਸੇ ਵਿੱਚ ਅਸਾਧਾਰਨ ਰੂਪ ਵਿੱਚ ਰਵਾਇਤੀ ਕਾਰੋਬਾਰ ਕਰ ਰਹੇ ਹਨ, ਪਰ ਉਹਨਾਂ ਦੇ ਸਾਥੀਆਂ ਨੇ ਭਾਰਤੀ ਖੇਤੀ ਦੀ ਪਰੰਪਰਾ ਅਤੇ ਆਪਣੇ ਸਿੱਖ ਭਾਈਚਾਰੇ ਨੂੰ ਵਧੇਰੇ ਵਿਆਪਕ ਰੂਪ ਵਿੱਚ ਸ਼ਾਮਲ ਕਰਨ ਦੇ ਵੱਖੋ ਵੱਖਰੇ ਢੰਗ ਲੱਭੇ ਹਨ। ਸਤੰਬਰ 2020 ਤੋਂ ਭਾਰਤ ਦੇ ਕਿਸਾਨ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਛੋਟੇ ਕਿਸਾਨਾਂ ਦੀ ਤਬਾਹੀ ਹੋਵੇਗੀ, ਉਹਨਾਂ ਦੀ ਜ਼ਮੀਨ ਆਮਦਨੀ ਨੂੰ ਸੀਮਿਤ ਕਰ ਦੇਵੇਗੀ। ਨਵੇਂ ਨਿਯਮ ਖੇਤੀਬਾੜੀ ਵਿੱਚ ਸਰਕਾਰ ਦੀ ਭੂਮਿਕਾ ਨੂੰ ਘੱਟ ਕਰਦੇ ਹਨ ਅਤੇ ਰਾਜ ਦੀ ਸੁਰੱਖਿਆ ਨੂੰ ਦੂਰ ਕਰਦੇ ਹਨ, ਜਿਸ ਕਰਕੇ ਕਿਸਾਨਾਂ ਨੂੰ ਡਰ ਹੈ ਕਿ ਉਹਨਾਂ ਨੂੰ ਖੁੱਲੇ ਬਾਜ਼ਾਰ ਦੀ ਰਹਿਮਤ ਤੇ ਛੱਡ ਦਿੱਤਾ ਜਾਵੇਗਾ। ਜਿਵੇਂ ਕਿ ਸੰਯੁਕਤ ਰਾਜ ਅਮਰੀਕਾ ਵਿੱਚ ਕੀਤੇ ਗਏ ਵਿਰੋਧ ਪ੍ਰਦਰਸ਼ਨ ਵਿੱਚ ਨੌਜਵਾਨ ਅਮਰੀਕੀ ਸਿੱਖਾਂ ਨੇ ਸੋਸ਼ਲ ਮੀਡੀਆ ਅਤੇ ਸਥਾਨਕ ਰੈਲੀਆਂ ਵਿੱਚ ਆਪਣਾ ਸਮਰਥਨ ਭਾਰਤ ਦੇ ਕਿਸਾਨ ਅੰਦੋਲਨ ਨੂੰ ਦਿੱਤਾ ਹੈ। ਕੈਲੀਫੋਰਨੀਆ ਦੀ ਸੇਲਮਾ ਦੇ ਇੱਕ ਹਾਈ ਸਕੂਲ ਸੋਫਰਲਮੋਰ ਦੀ 16 ਸਾਲ ਦੀ ਅਨੁਰੀਤ ਕੌਰ ਨੇ ਭਾਰਤੀ ਕਿਸਾਨ ਅੰਦੋਲਨ ਬਾਰੇ ਇੰਨੀ ਵਾਰ ਪੋਸਟ ਕੀਤਾ ਕਿ ਉਸ ਦੇ ਇੰਸਟਾਗ੍ਰਾਮ ਅਕਾਊਂਟ ਨੂੰ ਹੀ ਬੰਦ ਕਰ ਦਿੱਤਾ ਗਿਆ। ਉਸ ਦਾ ਕਹਿਣਾ ਹੈ ਕਿ ਮੈਂ ਕਿਸਾਨਾਂ ਲਈ ਆਪਣੀ ਆਵਾਜ਼ ਬੁਲੰਦ ਕਰਾਂਗੀ। ਉਸਨੇ ਕਿਹਾ ਕਿ ਆਖਿਰਕਾਰ ਮੈਂ ਇੱਕ ਕਿਸਾਨ ਦੀ ਧੀ ਹਾਂ। ਸੋ ਅਮਰੀਕਾ ਵਿੱਚ ਵਸੇ ਇਹ ਕਿਸਾਨ ਪਰਿਵਾਰ ਹਾਲੇ ਵੀ ਆਪਣੇ ਰਵਾਇਤੀ ਕਿੱਤੇ ਖੇਤੀਬਾੜੀ ਨਾਲ ਦਿਲੋਂ ਜੁੜੇ ਹੋਏ ਹਨ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।